ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਮਹਾਫਰਮਾਨ ਵਡਹੰਸ ਰਾਗ ਦੇ ਵਿੱਚ ਪਾਤਸ਼ਾਹ ਪ੍ਰਥਮ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਦੇ ਵਿੱਚੋਂ ਬਖਸ਼ਿਸ਼ ਹੋਇਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸ਼ੁਭ ਅੰਗ ਨੰਬਰ 581 ਹੈ, 581581, ਜਿੱਥੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਸੁਭਾਇਮਾਨ ਨੇ। ਮਹੱਲਾ ਪਹਿਲਾ ਦਾ ਅਰਥ ਹੈ ਪਾਤਸ਼ਾਹ ਪ੍ਰਥਮ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਬਾਣੀ, ਜੋ ਅੱਜ ਦੇ ਹੁਕਮਨਾਮਾ ਸਾਹਿਬ ਰੂਪ ਦੇ ਵਿੱਚ ਬਖਸ਼ਿਸ਼ ਹੋਈ ਹੈ। ਜੀਵਨ ਦੀ ਸੱਚਾਈ ਔਰ ਉਸ ਸੱਚਾਈ ਨੂੰ ਮੰਨ ਕੇ ਚੱਲਣਾ, ਸੱਚਾਈ ਤੋਂ ਮੂੰਹ ਨਾ ਮੋੜਨਾ, ਇਹੋ ਹੀ ਮਨੁੱਖ ਦਾ ਕਰਮ ਸਿਧਾਂਤ ਹੈ। ਜਿਸ ਮਨੁੱਖ ਨੇ ਜੀਵਨ ਦੀ ਉਸ ਸੱਚਾਈ ਨੂੰ ਸਮਝ ਲਿਆ ਕਿ ਅੰਤ ਮੌਤ ਹੈ, ਉਸ ਮਨੁੱਖ ਨੇ ਮੌਤ ਤੋਂ ਪਹਿਲਾਂ ਦਾ ਆਪਣਾ ਸਮਾਂ ਸੰਭਾਲ ਲਿਆ। ਅਨਿਅਥਾ ਹਉਮੈ ਦੇ ਵਿੱਚ ਜੀਵਿਆ ਮਨੁੱਖ ਇਸ ਕਦਰ ਹਉਮੈ ਦੇ ਵਿੱਚ ਗੁਲੁੱਚ ਹੋ ਜਾਂਦਾ ਹੈ, ਇਸ ਕਦਰ ਸੰਸਾਰ ਦੇ ਵਿੱਚ ਗੁਲੁੱਚ ਹੋ ਜਾਂਦਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਹਉਮੈ ਕਰ ਰਿਹਾ ਹੈ, ਕਿਸ ਕਿਸਮ ਦੀ ਹਉਮੈ ਕਰ ਰਿਹਾ ਹੈ, ਔਰ ਹਉਮੈ ਦੇ ਵਿੱਚ ਆ ਕੇ ਹੋਰ ਕੀ ਗੁਨਾਹ ਕਰ ਰਿਹਾ। ਉਹ ਇਸੇ ਹੀ ਹਉਮੈ ਦੇ ਵਿੱਚ ਜੀਵਦਾ ਹੈ ਕਿ ਮੇਰੇ ਤੋਂ ਵੱਡਾ ਵਿਦਵਾਨ ਕੋਈ ਨਹੀਂ, ਮੇਰੇ ਤੋਂ ਵੱਡਾ ਧਨਵਾਨ ਕੋਈ ਨਹੀਂ, ਮੇਰੇ ਤੋਂ ਵੱਡਾ ਖੂਬਸੂਰਤ ਕੋਈ ਨਹੀਂ। ਮਨੁੱਖ ਦੀ ਸੰਸਾਰਕ ਮਾਇਆ ਦੇ ਪ੍ਰਤੀ ਰੁਚੀ ਉਸ ਨੂੰ ਮਾਇਆਧਾਰੀ ਬਣਾ ਦਿੰਦੀ ਹੈ। ਸਤਿਗੁਰੂ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਉਸ ਅਕਾਲ ਪੁਰਖ ਦੀ ਗੱਲ ਕਰ ਰਹੇ ਨੇ, ਜਿਨ ਜਗ ਸਿਰਜ ਸਮਾਇਆ। ਜਿਨ ਉਸ ਪਰਮਾਤਮਾ ਅਕਾਲ ਪੁਰਖ ਨੂੰ ਕਿਹਾ ਗਿਆ ਹੈ ਸਿਰਜਣਾ, ਕ੍ਰੀਏਸ਼ਨ, ਕਿਉਂਕਿ ਇਸ ਦੇ ਵਿੱਚ ਕੋਈ ਅਕਥ ਕਥਨੀ ਨਹੀਂ, ਕੋਈ ਸ਼ੁਭਾ ਨਹੀਂ ਕਿ ਇਹ ਸ੍ਰਿਸ਼ਟੀ ਇੱਕ ਅਕਾਲ ਪੁਰਖ ਵੱਲੋਂ ਸਾਜੀ ਗਈ ਹੈ, ਜਿਸ ਨੂੰ ਸਤਿਗੁਰੂ ਨੇ ਸਿਰਜਣਾ ਦੇ ਨਾਮ ਦੇ ਨਾਲ ਨਿਵਾਜਿਆ ਹੈ। ਸਮਾਇਆ ਜਿਸ ਨੇ ਸਾਜੀ ਹੈ, ਉਹੀ ਆਪ ਇਸ ਦੇ ਵਿੱਚ ਸਮਾਇਆ ਹੋਇਆ ਹੈ, ਭਾਵ ਉਹੀ ਸਭ ਕੁਝ ਕਰਮ ਕਰ ਰਿਹਾ ਹੈ, ਕਰਵਾ ਰਿਹਾ ਹੈ, ਦੇਖ ਰਿਹਾ ਹੈ। ਤੋ ਸਤਿਗੁਰ ਕਹਿੰਦੇ ਨੇ ਸੋ ਸਾਹਿਬ ਕੁਦਰਤ ਜਾਣੋਵਾ, ਜਾਣਦਾ ਹੈ। ਜਿਸ ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਹੈ, ਉਹੀ ਜਾਣਨਹਾਰ ਹੈ, ਉਹੀ ਦੇਣਹਾਰ ਹੈ, ਉਹੀ ਕਰਨ ਔਰ ਕਰਾਵਣਹਾਰ ਹੈ। ਜਿਹੜਾ ਸਿਰਜ ਕੇ ਆਪ ਇਸ ਦੇ ਵਿੱਚ ਸਮਾ ਚੁੱਕਿਆ ਹੈ, ਉਸ ਕੁਦਰਤ ਦੇ ਵਿੱਚ ਸਮਾਏ ਹੋਏ ਪਰਮਾਤਮਾ ਨੂੰ ਭਾਲਣ ਦੇ ਲਈ ਮਨੁੱਖ ਬਾਹਰ ਭਟਕਦਾ ਫਿਰਦਾ ਹੈ, ਲੇਕਿਨ ਉਸ ਨੂੰ ਪਹਿਚਾਣ ਨਹੀਂ ਸਕ ਰਿਹਾ ਕਿ ਸਮਾਇਆ ਹੋਇਆ ਜਿਹੜਾ ਉਹ ਹਰ ਜਗ੍ਹਾ ਉੱਪਰ ਵਿਆਪਕ ਹੈ, ਘਰ ਵਿੱਚ ਵੀ, ਗ੍ਰਸਤ ਵਿੱਚ ਵੀ, ਸਰੀਰ ਵਿੱਚ ਵੀ, ਘਰ ਦੇ ਬਾਹਰ ਵੀ। ਔਰ ਐਸਾ ਪਰਮ ਪੁਰਖ, ਐਸਾ ਅਕਾਲ ਪੁਰਖ ਸੱਚੜਾ ਹੈ, ਸੱਚੜਾ ਦੂਰ ਨਾ ਭਾਲੀਏ। ਦੂਰ ਭਾਲਣ ਦਾ ਮਤਲਬ ਕੀ ਹੈ? ਮਨੁੱਖ ਆਪਣੇ ਆਪ ਤੋਂ ਨਹੀਂ ਭੱਜ ਸਕਦਾ, ਮਨੁੱਖ ਆਪਣੇ ਆਪ ਤੋਂ ਨਹੀਂ ਦੂਰ ਹੋ ਸਕਦਾ। ਕੀ ਕੋਈ ਐਸਾ ਮਨੁੱਖ ਹੈ ਜਿਹੜਾ ਕੋਈ ਕਹੇ ਕਿ ਮੈਂ ਆਪਣੇ ਆਪ ਤੋਂ ਦੂਰ ਹੈ? ਹਾਂ, ਮਨੁੱਖ ਆਪਣੇ ਆਪ ਤੋਂ ਆਪਣੇ ਆਪ ਨੂੰ ਦੂਰ ਕਰਨ ਦੀਆਂ ਜੁਗਤਾਂ ਜ਼ਰੂਰ ਕਰਦਾ ਹੈ, ਆਪਣੀ ਆਤਮਾ ਤੋਂ ਭੱਜਣ ਦੀਆਂ। ਮਨੁੱਖ ਜਿੰਨਾ ਮਰਜ਼ੀ ਗੁਨਾਹ ਕਰ ਲਏ, ਪਰ ਉਹ ਆਪਣੀ ਆਤਮਾ ਤੋਂ ਨਹੀਂ ਭੱਜ ਸਕਦਾ। ਹੋ ਸਕਦਾ ਹੈ ਕਿ ਕੋਈ ਮਨੁੱਖ ਆਪਣੇ ਆਪ ਨੂੰ ਬੜਾ ਸੱਚਿਆਰ ਸਾਬਤ ਕਰੇ, ਪਰ ਹੋਵੇ ਉਹ ਗੁਨਾਹਕਾਰ, ਗੁਣ ਹੀ ਭਰਿਆ ਮੈਂ ਫਿਰਾਂ। ਲੋਕ ਕਹਿਣ ਦਰਵੇਸ਼, ਹੋ ਸਕਦਾ ਹੈ ਕਿ ਲੋਕ ਉਸ ਨੂੰ ਦਰਵੇਸ਼ ਕਹਿੰਦੇ ਹੋਣ, ਵਿਦਵਾਨ ਕਹਿੰਦੇ ਹੋਣ, ਸਿਆਣਾ ਕਹਿੰਦੇ ਹੋਣ, ਸੂਝਵਾਨ ਕਹਿੰਦੇ ਹੋਣ, ਭਗਤ ਕਹਿੰਦੇ ਹੋਣ, ਮਿੱਠ ਬੋਲੜਾ ਕਹਿੰਦੇ ਹੋਣ, ਪਰ ਉਹ ਵਿੱਚੋਂ ਕੀ ਹੈ, ਇਹ ਕੇਵਲ ਤੇ ਕੇਵਲ ਉਹ ਜਾਣਦਾ ਹੈ। ਜਾਂ ਜਾਣਦਾ ਹੈ ਅਕਾਲ ਪੁਰਖ, ਘਟ ਘਟ ਕੇ ਅੰਤਰ ਕੀ ਜਾਣਤ, ਜਾਂ ਘਟ ਘਟ ਦੇ ਅੰਦਰ ਦੀ ਜਾਣਨ ਵਾਲਾ ਜਾਣਦਾ ਹੈ, ਜਾਂ ਖੁਦ ਮਨੁੱਖ ਆਪ ਜਾਣਦਾ ਹੈ। ਅੰਦਰੋਂ ਉਹ ਚੋਰ ਹੈ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੇ ਲੋਭ ਸਵਾਨ। ਹੁਣ ਜਿਹੜਾ ਉਹਦੇ ਅੰਦਰ ਲੋਭ ਦਾ ਕੁੱਤਾ ਹੈ, ਇਸ ਲੋਭ ਦੇ ਕੁੱਤੇ ਨੂੰ ਖੁਦ ਹੀ ਜਾਣਦਾ ਹੈ। ਦੁਨਿਆਵੀ ਤੌਰ ਉੱਪਰ ਹੋ ਸਕਦਾ ਹੈ ਉਹ ਭਗਵੇ ਪਾ ਕੇ, ਚਿੱਟੇ ਪਾ ਕੇ, ਜਾਂ ਹੋਰ ਕੋਈ ਭੇਖ ਕਰਕੇ, ਹੱਥ ਜੋੜ ਕੇ, ਮਿੱਠ ਬੋਲੜਾ ਬਣ ਕੇ ਕਿਸੇ ਵੀ ਤਰੀਕੇ ਦੇ ਨਾਲ ਦੁਨੀਆ ਨੂੰ ਭਰਮਾ ਲਵੇ, ਲੇਕਿਨ ਉਹ ਕੀ ਹੈ ਇਹ ਉਹ ਆਪ ਖੁਦ ਜ਼ਰੂਰ ਜਾਣਦਾ ਹੈ।
ਇਸ ਦਾ ਮਤਲਬ ਕੀ ਹੈ? ਇਸ ਦਾ ਮਤਲਬ ਇਹ ਹੈ ਕਿ ਮਨੁੱਖ ਆਪਣੀ ਆਤਮਾ ਤੋਂ ਨਹੀਂ ਭੱਜ ਸਕਦਾ, ਕਿਉਂਕਿ ਆਤਮਾ ਸੱਚਿਆਰ ਹੈ। ਗੁਨਾਹਗਾਰ ਮਨੁੱਖ ਆਪਣੀ ਆਤਮਾ ਤੋਂ ਨਹੀਂ ਭੱਜ ਸਕਦਾ। ਉਸ ਨੂੰ ਪਤਾ ਹੈ ਕਿ ਉਹ ਕੀ ਹੈ, ਉਸ ਨੂੰ ਪਤਾ ਹੈ ਉਹ ਕਿਸ ਤਰ੍ਹਾਂ ਦੇ ਨਾਲ ਨਿੰਦਾ ਕਰ ਰਿਹਾ ਹੈ, ਉਸ ਨੂੰ ਪਤਾ ਹੈ ਉਹ ਕਿਸ ਤਰ੍ਹਾਂ ਦੇ ਨਾਲ ਚੁਗਲੀ ਕਰ ਰਿਹਾ। ਪਰ ਮਨੁੱਖ ਦੀ ਜਿਹੜੀ ਹਉਮੈ ਹੈ ਨਾ, ਆਤਮਕ ਪੱਖੋਂ ਉਸ ਦੀ ਸੂਝ ਨੂੰ ਬਲਵਾਨ ਨਹੀਂ ਹੋਣ ਦਿੰਦੀ। ਇਸ ਗੱਲ ਨੂੰ ਆਪ ਹਮੇਸ਼ਾ ਨੋਟ ਰੱਖਣਾ। ਮਨੁੱਖ ਦੀ ਆਪਣੀ ਹਉਮੈ ਉਸ ਦੀ ਆਤਮਕ ਸੂਝ ਨੂੰ ਕਦੀ ਵੀ ਬਲਵਾਨ ਨਹੀਂ ਹੋਣ ਦਿੰਦੀ। ਇਸ ਕਰਕੇ ਉਹ ਕਦੀ ਵੀ ਕੁਝ ਜਾਣਨਾ ਨਹੀਂ ਚਾਹੁੰਦਾ। ਉਹਨੂੰ ਜੇ ਕਹਿ ਦਿਓ ਕਿ ਇਹ ਠੀਕ ਨਹੀਂ ਹੈ, ਉਹ ਨਾਰਾਜ਼ ਹੋ ਜਾਂਦਾ ਹੈ ਔਰ ਇਹ ਸੋਚਦਾ ਹੈ ਕਿ ਮੈਂ ਜੋ ਕਰ ਰਹੀ ਹਾਂ ਬਸ ਉਹੀ ਠੀਕ ਹੈ। ਇਹੀ ਸਭ ਤੋਂ ਵੱਡੀ ਉਸ ਦੀ ਹਉਮੈ ਹੈ। ਔਰ ਸੱਚੜਾ ਇਸ ਅਵਸਥਾ ਦੇ ਵਿੱਚ ਮਨੁੱਖ ਦੇ ਅੰਦਰ ਉਸ ਨੂੰ ਪ੍ਰਾਪਤ ਹੁੰਦਾ ਹੈ। ਪਰ ਸਤਿਗੁਰ ਕਹਿੰਦੇ ਨੇ ਕਿ ਜਿਹੜਾ ਮਨੁੱਖ ਦੂਰ ਪਾਲਣ ਜਾਂਦਾ ਉਹਦੀ ਅਵਸਥਾ ਕੀ ਹੈ? ਕਿਉਂਕਿ ਘਟ ਘਟ ਸ਼ਬਦ ਪਛਾਣੋਵਾ, ਘਟ ਘਟ ਮੇਂ ਹਰ ਜੀਉ ਵਸੇ। ਪਛਾੜੋਵਾ ਦਾ ਮਤਲਬ ਹੈ ਪਛਾਣੋ, ਜਾਣੋ, ਸਮਝੋ। ਲੇਕਿਨ ਘਟ ਘਟ ਅੰਦਰ ਕਿਸਨੇ ਪਛਾਣਿਆ? ਜਿਸਨੇ ਇਸ ਗੱਲ ਉੱਪਰ ਭਰੋਸਾ ਕੀਤਾ ਕਿ ਘਟ ਘਟ ਮੇਂ ਹਰ ਜੀਉ ਬਸੇ, ਸੰਤਨ ਕੇ ਪੁਕਾਰ। ਸ਼ਬਦ ਦੇ ਰਾਹੀਂ ਹੀ ਮਨੁੱਖ ਦੀ ਸੂਝ ਜਿਹੜੀ ਹੈ ਨਾ, ਉਹ ਉਸ ਨੂੰ ਸੂਝਵਾਨ ਕਰਦੀ ਹੈ, ਬਲਵਾਨ ਕਰਦੀ ਹੈ। ਸ਼ਬਦ ਨੂੰ ਪੜ੍ਹਨਾ ਔਰ ਸ਼ਬਦ ਨੂੰ ਸਮਝਣਾ, ਕਿਉਂਕਿ ਮਨੁੱਖ ਸ਼ਬਦ ਦੇ ਉੱਪਰ ਹੀ ਕਿੰਤੂ ਪਰੰਤੂ ਸ਼ੁਰੂ ਕਰ ਦਿੰਦਾ ਹੈ। ਇਸ ਨੂੰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਹੋ, ਇਸ ਨੂੰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਪੜ੍ਹੋ। ਉਹ ਫਿਰ ਉਸ ਸੂਝ ਦੀ ਅਵਸਥਾ ਤੋਂ ਪਰੇ ਰਹਿ ਜਾਂਦਾ ਹੈ, ਕਿਉਂਕਿ ਉਹ ਸਮਝਣਾ ਨਹੀਂ ਚਾਹ ਰਿਹਾ। ਆਪਣੀ ਵਿਦਵਤਾ ਵਿਖਾ ਕੇ ਗੁਰੂ ਉੱਪਰ ਕਿੰਤੂ ਪਰੰਤੂ ਕਰਕੇ ਖੁਦ ਮਲੇਛ ਦੀ ਅਵਸਥਾ ਦੇ ਵਿੱਚ ਲੋਕਾਂ ਨੂੰ ਭਰਮਾ ਰਿਹਾ, ਭਰਮ ਭੁਲੇਖੇ ਵਿੱਚ ਪਾ ਰਿਹਾ। ਸਮਝਣ ਦੀ ਜਿਹੜੀ ਅਵਸਥਾ ਹੈ ਉਹ ਪਹਿਚਾਨਣ ਦੀ ਅਵਸਥਾ ਹੈ। ਪੜ੍ਹੋ ਔਰ ਵਿਚਾਰ ਕਰੋ ਜੋ ਸੱਚ ਸਤਿਗੁਰ ਦੱਸ ਰਹੇ ਨੇ। ਇਸੇ ਕਰਕੇ ਪਾਤਸ਼ਾਹ ਨੇ ਕਿਹਾ ਕਿ ਸੱਚ ਸ਼ਬਦ ਪਛਾਣੋ, ਦੂਰ ਨ ਜਾਣੋ ਜਿਨ ਇਹ ਰਚਨਾ ਰਾਚੀ। ਸੱਚ ਸ਼ਬਦ ਪਹਿਚਾਣੋ। ਸ਼ਬਦ ਦੀ ਪਹਿਚਾਣ ਹੀ ਸੱਚ ਹੈ। ਸੱਚ ਰਾਹੀਂ ਹੀ ਉਸ ਦੀ ਪਹਿਚਾਣ ਹੋਵੇਗੀ। ਇਸ ਕਰਕੇ ਸ਼ਬਦ ਪਹਿਚਾਣੋ ਦਾ ਮਤਲਬ ਵੀ ਉਹੀ ਹੈ ਕਿ ਉਸ ਅਕਾਲ ਪੁਰਖ ਦੀ ਪਹਿਚਾਣ, ਪਰਮਾਤਮਾ ਦੀ ਪਹਿਚਾਣ ਸ਼ਬਦ ਦੇ ਰਾਹੀਂ ਹੈ। ਕਿਉਂਕਿ ਗੁਰ ਸਤਿਗੁਰ ਨੇ ਜਿਹੜਾ ਸਾਨੂੰ ਗਿਆਨ ਦਿੱਤਾ ਉਹ ਸ਼ਬਦ ਰਾਹੀਂ ਦਿੱਤਾ ਹੈ। ਔਰ ਸ਼ਬਦ ਰਾਹੀਂ ਦਿੱਤਾ ਹੋਇਆ ਗਿਆਨ ਇਹ ਰਹਿੰਦੀ ਦੁਨੀਆ ਤੱਕ ਚੱਲੇਗਾ, ਕਿਉਂਕਿ ਸ਼ਬਦ ਮਰਦਾ ਨਹੀਂ ਹੈ ਕਦੀ ਵੀ। ਔਰ ਸਤਿਗੁਰ ਨੇ ਜਿਹੜੀ ਸਾਨੂੰ ਗੱਲ ਸਮਝਾ ਦਿੱਤੀ ਹੈ ਉਹ ਸ਼ਬਦ ਦੇ ਰਾਹੀਂ ਆਉਣ ਵਾਲੀ ਹਰ ਪੀੜ੍ਹੀ, ਆਉਣ ਵਾਲਾ ਹਰ ਮਨੁੱਖ, ਪੜ੍ਹਨ ਵਾਲਾ ਹਰ ਮਨੁੱਖ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਪੜ੍ਹੇਗਾ, ਕਿੰਤੂ ਪਰੰਤੂ ਕੀਤੇ ਬਗੈਰ। ਕਿਉਂਕਿ ਸਤਿਗੁਰ ਨੇ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਦੇ ਦਿੱਤਾ, ਉਸ ਨੂੰ ਪੜ੍ਹਨਾ ਔਰ ਸਮਝਣਾ, ਇਹੋ ਹੀ ਅਧਿਐਨ ਔਰ ਇਹੋ ਹੀ ਅਭਿਆਸ ਹੈ। ਸਮਝ ਕੇ ਉਸ ਉੱਪਰ ਚੱਲ ਪੈਣਾ। ਜਿਸ ਵਕਤ ਮਨੁੱਖ ਕਿੰਤੂ ਪਰੰਤੂ ਦੀ ਅਵਸਥਾ ਦੇ ਵਿੱਚ ਆ ਜਾਂਦਾ ਹੈ, ਉਸ ਨੂੰ ਇਸ ਗੱਲ ਦੀ ਸੂਝ ਨਹੀਂ ਆਉਂਦੀ ਕਿ ਕਿੰਨਿਆਂ ਕੁ ਬੰਦਿਆਂ ਨੂੰ ਉਹ ਸਮਝਾਵੇਗਾ। ਕਿਉਂਕਿ ਸ਼ਬਦ ਪੜ੍ਹ ਕੇ ਹਰ ਕੋਈ ਅਰਥ ਤਾਂ ਸਮਝ ਜਾਵੇਗਾ, ਹਰ ਕੋਈ ਆਪਣੇ ਅੰਤਰੀ ਭਾਵਨਾ ਦੇ ਵਿੱਚ ਜਾਣ ਦੀ ਅਵਸਥਾ ਦੇ ਵਿੱਚ ਹੋ ਜਾਵੇਗਾ। ਲੇਕਿਨ ਜਦੋਂ ਉਹਨੂੰ ਪਹਿਲੇ ਹੀ ਪੜਾਅ ਦੇ ਉੱਤੇ ਅਟਕਾ ਦਿੱਤਾ ਜਾਵੇਗਾ ਕਿ ਇੱਥੇ ਇਸ ਨੂੰ ਇਸ ਤਰ੍ਹਾਂ ਕਰ, ਇਹਨੂੰ ਇਸ ਤਰ੍ਹਾਂ ਪੜ੍ਹ, ਇਹਨੂੰ ਇਸ ਤਰ੍ਹਾਂ ਕਰ, ਤਾਂ ਫਿਰ ਉਸ ਦੀ ਸੂਝ ਅੱਗੇ ਕਦੋਂ ਵਧੇਗੀ? ਫਿਰ ਕਿੰਨਿਆਂ ਕੁ ਨੂੰ ਐਸਾ ਸਮਝਾਇਆ ਜਾ ਸਕੇਗਾ? ਜੋ ਲਿਖਿਆ ਹੈ ਉਹ ਪੜ੍ਹੋ। ਬਾਕੀ ਸਮਝਣ ਦੀ ਗੱਲ ਹੈ, ਉਸ ਨੂੰ ਹਰ ਕਿਸੇ ਨੇ ਆਪਣੀ ਮੱਤ ਦੇ ਮੁਤਾਬਿਕ ਸਮਝਣਾ ਹੈ। ਸਾਹਿਬ ਮੇਰਾ ਨਿਤ ਨਵਾਂ, ਕੱਲ੍ਹ ਨੂੰ ਹੋਰ ਆਉਣਗੇ ਵਿਦਵਾਨ, ਅਰਥ ਸਾਰ ਦੇ ਗਿਆਨ ਰਾਹੀਂ ਉਹ ਹੋਰ ਸਾਗਰ ਦੇ ਵਿੱਚ ਅੱਗੇ ਜਾਣਗੇ। ਕਿਉਂ ਨਹੀਂ ਜਾਣਗੇ? ਸਾਹਿਬ ਮੇਰਾ ਨਿਤ ਨਵਾਂ ਜਦ ਵਿਚਾਰ, ਲੇਕਿਨ ਜਦ ਪਹਿਲੇ ਹੀ ਪੜਾਅ 'ਤੇ ਅਟਕਾ ਦਿੱਤਾ ਜਾਵੇਗਾ, ਉਸ ਵਕਤ ਮਨੁੱਖ ਅੱਗੇ ਕਿਵੇਂ ਵੱਧ ਸਕੇਗਾ? ਔਰ ਇਹੋ ਹੀ ਸੋਚੀ ਸਮਝੀ ਸਾਜ਼ਿਸ਼ ਹੈ। ਅਗਰ ਕੋਈ ਨਹੀਂ ਸਮਝ ਸਕੇਗਾ ਤਾਂ ਉਹ ਅਟਕ ਜਾਏਗਾ, ਅੜ ਜਾਏਗਾ। ਅੜਿਆ ਹੋਇਆ ਮਨੁੱਖ ਫਿਰ ਅੱਗੇ ਨਹੀਂ ਵੱਧ ਸਕੇਗਾ।
ਅੱਗੇ ਉਹੀ ਵਧੇਗਾ ਜਿਹੜਾ ਅੱਗੇ ਜਾਣਾ ਚਾਹੇਗਾ, ਸਮਝਣਾ ਚਾਹੇਗਾ, ਆਪਣੀ ਸੂਝ ਨੂੰ ਬਲਵਾਨ ਕਰਨਾ ਚਾਹੇਗਾ। ਔਰ ਸਤਿਗੁਰ ਕਹਿੰਦੇ ਨੇ ਉਸ ਸੂਝ ਦੀ ਪਹਿਚਾਣ ਸ਼ਬਦ ਰਾਹੀਂ ਹੈ, ਕਿਉਂਕਿ ਸੱਚ ਦੀ ਪਹਿਚਾਣ ਸ਼ਬਦ ਰਾਹੀਂ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਜਦੋਂ ਸ਼ਬਦ ਨਾਲ ਪਹਿਚਾਣ ਪਾਏਗਾ, ਜਾਣ ਪਹਿਚਾਣ ਕਰੇਗਾ, ਸੂਝ ਦੀ ਅਵਸਥਾ ਵਿੱਚ ਪਹੁੰਚੇਗਾ, ਤਾਂ ਫਿਰ ਪਤਾ ਕੀ ਲੱਗੇਗਾ, ਦੂਰ ਨਾ ਜਾਣ ਹੋ ਜਿਨ ਇਹ ਰਚਨਾ ਰਾਚੀ। ਉਹ ਦੂਰ ਨਹੀਂ ਹੈ। ਭਾਲਣ ਕੌਣ ਜਾ ਰਿਹਾ? ਭਾਲਣ ਉਹੀ ਜਾ ਰਿਹਾ ਜਿਹੜਾ ਇਹ ਸੋਚ ਰਿਹਾ ਕਿ ਦੂਰ ਹੈ, ਚਲੋ ਫਿਰ ਭਾਲੀਏ ਉਹਨੂੰ। ਜੰਗਲਾਂ ਦੇ ਵਿੱਚ ਉਹੀ ਲੋਕ ਗਏ, ਗੁਫਾਵਾਂ ਦੇ ਵਿੱਚ ਉਹੀ ਲੋਕ ਗਏ, ਸੰਸਾਰ ਛੱਡ ਕੇ ਪਹਾੜਾਂ ਉੱਪਰ ਉਹੀ ਲੋਕ ਚੜ੍ਹ ਗਏ ਜਿਨ੍ਹਾਂ ਨੇ ਸੋਚਿਆ ਕਿ ਦੂਰ ਹੈ ਸ਼ਾਇਦ। ਸਤਿਗੁਰੂ ਸਪਸ਼ਟ ਰੂਪ ਦੇ ਵਿੱਚ ਮਨੁੱਖ ਨੂੰ ਕਹਿੰਦੇ ਨੇ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਕੋਈ ਬਿਲਕੁਲ ਸਾਡੇ ਨੇੜੇ ਬੈਠਾ ਹੋਵੇ, ਕਈ ਵਾਰੀ ਅਸੀਂ ਉਸ ਨੂੰ ਕਹਿ ਦਿੰਦੇ ਹਾਂ ਕਿ ਇਹ ਸਾਡੇ ਬੜੇ ਦੂਰ ਦਾ ਰਿਸ਼ਤੇਦਾਰ ਹੈ, ਬੈਠਾ ਬਿਲਕੁਲ ਨਾਲ ਹੈ। ਔਰ ਕੋਈ ਵਿਅਕਤੀ ਬਿਲਕੁਲ ਨੇੜੇ ਨਹੀਂ ਬੈਠਾ, ਬੜੀ ਦੂਰ ਹੈ, ਉਹਦਾ ਜ਼ਿਕਰ ਚੱਲਿਆ, ਔਰ ਕਹਿ ਦਿੰਦੇ ਨਹੀਂ ਜੀ ਉਹ ਤਾਂ ਸਾਡੇ ਬੜੇ ਨੇੜੇ ਦਾ ਰਿਸ਼ਤੇਦਾਰ ਹੈ। ਕਿਸੇ ਨੂੰ ਆਪਾਂ ਦੂਰ ਕਹਿ ਦਿੱਤਾ, ਕਿਸੇ ਨੂੰ ਆਪਾਂ ਨੇੜੇ ਕਹਿ ਦਿੱਤਾ। ਕਿਵੇਂ ਕਰਨੀ? ਜਿਹੜਾ ਅੰਦਰ ਸਮਾਇਆ ਹੋਇਆ ਉਹਨੂੰ ਕੀ ਕਹਾਂਗੇ ਆਪਾਂ, ਨੇੜੇ ਕਿ ਦੂਰ? ਅੰਦਰ ਸਮਾਏ ਹੋਏ ਨੂੰ ਕੀ ਕਹਾਂਗੇ, ਨੇੜੇ ਹੈ ਜਾਂ ਦੂਰ ਹੈ? ਨਾਲ ਬੈਠਾ ਵੀ ਦੂਰ ਹੋ ਸਕਦਾ ਹੈ ਔਰ ਦੂਰ ਬੈਠਾ ਵੀ ਨੇੜੇ ਹੋ ਸਕਦਾ, ਲੇਕਿਨ ਜਿਹੜਾ ਅੰਦਰ ਹੈ ਉਹ ਕੀ ਹੈ, ਨੇੜੇ ਕਿ ਦੂਰ? ਇਹ ਪ੍ਰਸ਼ਨ ਆਪ ਜਗਾਣਾ। ਉਹ ਨੇੜੇ ਨਹੀਂ ਹੈ, ਉਹ ਦੂਰ ਵੀ ਨਹੀਂ ਹੈ, ਸਮਾਇਆ ਹੋਇਆ ਹੈ। ਸਤਿਗੁਰੂ ਉਸ ਕੁਦਰਤ, ਸੋ ਸਾਹਿਬ ਕੁਦਰਤ ਜਾਣੋ ਵਾ, ਕੁਦਰਤ ਦੇ ਰੂਪ ਦੇ ਵਿੱਚ ਜਿਹੜਾ ਬਲਿਹਾਰੀ ਕੁਦਰਤ ਵਸਿਆ, ਸਭ ਜਗ੍ਹਾ ਉੱਪਰ ਵਸਿਆ ਹੋਇਆ, ਸਮਾਇਆ ਹੋਇਆ ਹਰ ਜਗ੍ਹਾ ਉੱਪਰ, ਸ੍ਰਿਸ਼ਟੀ ਬਣਾਉਣ ਤੋਂ ਬਾਅਦ ਉਹੀ ਅੰਦਰ ਸਮਾਇਆ, ਉਹੀ ਬਾਹਰ ਸਮਾਇਆ, ਉਸ ਨੂੰ ਕੀ ਕਹਾਂਗੇ ਆਪਾਂ, ਨੇੜੇ ਕਿ ਦੂਰ? ਸਤਿਗੁਰ ਕਹਿੰਦੇ ਨੇ ਇਹਨਾਂ ਸਾਰੀਆਂ ਅਵਸਥਾਵਾਂ ਤੋਂ ਉੱਚੇ ਉੱਠ ਕੇ ਤੁਸੀਂ ਸ਼ਬਦ ਰਾਹੀਂ ਗਿਆਨ ਹਾਸਲ ਕਰੋ ਔਰ ਧਿਆਨ ਦੀ ਉਸ ਅਵਸਥਾ ਵਿੱਚ ਪਹੁੰਚੋ ਜਿੱਥੇ ਪਾਤਸ਼ਾਹ ਕਹਿੰਦੇ ਨਾਮ ਧਿਆਏ ਤਾਂ ਸੁਖ ਪਾਏ, ਬਿਨ ਨਾਮੇ ਪਿੜ ਕਾਚੀ। ਬਿਨ ਨਾਵੇਂ ਪਿੜ ਕਾਚੀ, ਪਿੜ ਦੀ ਕੱਚੀ। ਪਿੜ ਕਾਚੀ ਇੱਕ ਅਵਸਥਾ ਹੈ ਜਿੱਥੇ ਵਿਕਾਰਾਂ ਦੇ ਟਾਕਰੇ ਦੇ ਉੱਤੇ ਮਨੁੱਖ ਉਹਨਾਂ ਵਿਕਾਰਾਂ ਤੋਂ ਜਿੱਤਣ ਦੇ ਵਿੱਚ ਅਸਮਰਥ ਹੋ ਜਾਂਦਾ ਹੈ। ਵਿਕਾਰ ਉਸ ਵਕਤ ਮਨੁੱਖ ਦੇ ਉੱਪਰ ਹਾਵੀ ਹੁੰਦੇ ਨੇ ਜਿਸ ਵਕਤ ਉਸ ਦੀ ਆਪਣੀ ਆਤਮਾ ਕਮਜ਼ੋਰ ਪੈ ਜਾਂਦੀ ਹੈ। ਜਿੰਨੀ ਦੇਰ ਤੱਕ ਆਤਮਾ ਬਲਵਾਨ ਹੈ, ਜਿਹਨੂੰ ਸਤਿਗੁਰ ਕਹਿੰਦੇ ਨੇ ਬਲ ਛੁੱਟ ਗਏ ਉਹ ਬੰਧਨ ਪਰੇ। ਬੰਧਨ ਕਦੋਂ ਪਏ? ਜਦੋਂ ਬਲ ਨਹੀਂ ਸੀ। ਬਲ ਹੋਆ ਬੰਧਨ ਛੁੱਟੇ। ਬੰਧਨ ਕਦੋਂ ਛੁੱਟੇ? ਜਦੋਂ ਬਲ ਹੋ ਗਿਆ। ਤਾਂ ਪਿੜ ਦਾ ਵੈਸੇ ਅਖਰੀ ਮਤਲਬ ਹੈ ਬਾਜ਼ੀ, ਖੇਡ ਜਾਂ ਝਗੜਾ ਜਾਂ ਲੜਾਈ ਜਾਂ ਅਖਾੜਾ ਵੀ ਕਹਿ ਦਿੰਦੇ ਹਾਂ। ਪਾਤਸ਼ਾਹ ਪ੍ਰਥਮ ਨੇ ਗਾਉੜੀ ਰਾਗ ਦੇ ਵਿੱਚ ਕਿਹਾ ਹੈ ਕਿ ਬਹੁਤ ਚਿੰਤਾ ਪਿੜ ਚਾਲੇ ਰਹਾਰੀ। ਮਨੁੱਖ ਦੀ ਜਿਹੜੀ ਚਿੰਤਾ ਹੈ ਨਾ, ਕਈ ਵਾਰੀ ਮਨੁੱਖ ਨੂੰ ਹਰਾ ਦਿੰਦੀ ਹੈ। ਚਿੰਤਾ ਦੁਬਿਧਾ ਤੋਂ ਪੈਦਾ ਹੁੰਦੀ ਹੈ। ਉਹੀ ਦੁਬਿਧਾ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਵੀ ਆਪਾਂ ਕ੍ਰੀਏਟ ਕਰ ਦਿੱਤੀ, ਜਿਵੇਂ ਆਪਾਂ ਕ੍ਰੀਏਟ ਕਰ ਰਹੇ ਹਾਂ ਅੱਜ ਕੱਲ੍ਹ ਆਪਣੇ ਆਪ ਨੂੰ ਵਿਦਵਾਨ ਕਹਿਣ ਵਾਲੇ, ਉਹੀ ਚਿੰਤਾ ਜੇ ਇੱਥੇ ਵੀ ਕ੍ਰੀਏਟ ਕਰ ਦਿੱਤੀ ਤਾਂ ਫਿਰ ਬਾਜ਼ੀ ਹਾਰ ਜਾਵਾਂਗੇ। ਚਿੰਤਾ ਦੂਰ ਕਰਨ ਦਾ ਸੋਮਾ ਗੁਰੂ ਗ੍ਰੰਥ ਸਾਹਿਬ ਹੈ। ਔਰ ਜੇ ਆਪਾਂ ਮਾਝ ਰਾਗ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਪੀ ਉੱਠ ਰਚਨਿਓ, ਪੀ ਉੱਠ ਰਚੋਨ ਵਾਦ ਮੈਂ, ਪੀ ਉੱਠ ਰਚੋਨ ਵਾਦ ਸਹਿ ਵਰਿਆ ਕੀ ਪਿੜ ਬੱਦੀ। ਹੈ ਇਹ ਅਖਾੜਾ ਹੀ, ਲੇਕਿਨ ਇਸ ਅਖਾੜੇ ਦੇ ਵਿੱਚ ਹਾਰ ਕੇ ਜਾਣਾ ਜਾਂ ਜਿੱਤ ਕੇ ਜਾਣਾ, ਹੋਂ ਗੁਸਾਈ ਦਾ ਪਹਿਲਵਾਨਣਾ। ਤੇ ਕਾਚੀ ਦਾ ਮਤਲਬ ਕੀ ਹੈ? ਕਮਜ਼ੋਰ। ਕਾਚੀ ਸਰਸਿਓਂ ਪੇਲ ਕੇ ਨਾ ਖਲ ਪਈ ਨਾ ਤੇਲ। ਜੇ ਕੱਚੀ ਸਰ੍ਹੋਂ ਨੂੰ ਵੀ ਤੁਸੀਂ ਪੇਲ ਲਓ ਨਾ, ਉਹਦੇ ਵਿੱਚ ਨਾ ਖਲ ਨਿਕਲੇਗੀ ਨਾ ਤੇਲ ਨਿਕਲੇਗਾ, ਕੁਝ ਵੀ ਨਹੀਂ। ਕਿ ਕੋਈ ਜਿੰਨੀ ਦੇਰ ਤੱਕ ਜਿਹੜੀ ਚੀਜ਼ ਪੱਕਦੀ ਨਹੀਂ ਹੈ। ਤਾਂ ਜਿਸ ਮਨੁੱਖ ਨੇ ਪਕਿਆਈ ਦੇ ਵਿੱਚ ਆਪਣੇ ਆਪ ਨੂੰ ਲਿਜਾਣਾ ਹੈ, ਪੱਕਾ ਆਪਣੇ ਆਪ ਨੂੰ ਕਰਨਾ ਹੈ, ਉਸ ਨੂੰ ਸਭ ਤੋਂ ਪਹਿਲਾਂ ਆਪਣੇ ਇਰਾਦੇ ਨੂੰ ਪੂਰੀ ਤਰ੍ਹਾਂ ਦੇ ਨਾਲ ਦ੍ਰਿੜ ਕਰਨਾ ਹੋਏਗਾ।
ਜਿਹੜੀ ਧਿਆਨ ਦੀ ਅਵਸਥਾ ਹੈ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੈ। ਜਿਹੜੀ ਧਿਆਨ ਦੀ ਅਵਸਥਾ ਹੈ ਉਹਦੇ ਵਿੱਚ ਕੋਈ ਸ਼ੰਕ ਨਹੀਂ ਹੈ, ਕੋਈ ਸ਼ੱਕ ਨਹੀਂ, ਕੋਈ ਸ਼ੁਬਾ ਨਹੀਂ। ਉਸ ਦੇ ਵਿੱਚ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਦੀ ਆਰਾਧਨਾ, ਇਹ ਸੋਚ ਕੇ ਕਿ ਇੱਕ ਤੋਂ ਬਿਨਾਂ ਹੋਰ ਨਹੀਂ। ਸਤਿਗੁਰ ਕਹਿੰਦੇ ਨੇ ਐਸੀ ਅਵਸਥਾ ਦੇ ਵਿੱਚ ਜਦੋਂ ਮਨੁੱਖ ਸੋਚਦਾ ਹੈ, ਉਸ ਨੂੰ ਕਿਹੜੀ ਗੱਲ ਸਮਝ ਲੱਗਦੀ ਹੈ? ਜਿਨ ਥਾਪੀ ਬਿਦ ਜਾਣੇ ਸੋਈ ਕਿਆ ਕੋ ਕਹੇ ਵਖਾਣੋ। ਹਰ ਬਿਦ ਨੂੰ ਉਹ ਆਪ ਹੀ ਜਾਣਦਾ ਹੈ। ਬਿਦ ਤਰੀਕਾ ਹੈ। ਇਸ ਕਰਕੇ ਜਿਹੜਾ ਤਰੀਕੇ ਨੂੰ ਜਾਣਦਾ, ਤਰੀਕਾ ਉਹਦੇ ਕੋਲੋਂ ਹੀ ਪੁੱਛਿਆ ਜਾਵੇ ਤਾਂ ਜ਼ਿਆਦਾ ਚੰਗਾ ਹੈ। ਲੇਕਿਨ ਮਨੁੱਖ ਉਸ ਇੱਕ ਅਕਾਲ ਪੁਰਖ ਕੋਲੋਂ, ਇੱਕ ਗੁਰੂ ਕੋਲੋਂ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਰੂਪ ਕੋਲੋਂ ਤਰੀਕਾ ਪੁੱਛਣ ਦੀ ਬਜਾਏ ਆਪੋ ਆਪਣੇ ਤਰੀਕੇ ਅਪਣਾ ਰਹੇ। ਔਰ ਮਨੁੱਖ ਦੇ ਜਿਹੜੇ ਆਪੋ ਆਪਣੇ ਤਰੀਕੇ ਨੇ ਉਸ ਨੂੰ ਫਿਰ ਕਰਮ ਕਾਂਡ ਦੇ ਵਿੱਚ ਪਾ ਦੇਣਗੇ। ਤਾਂ ਸਤਿਗੁਰ ਕਹਿੰਦੇ ਨੇ ਕਿਆ ਕੋ ਕਹੇ ਵਖਾਣੋ, ਕੀ ਕਰ ਸਕਦਾ ਕੋਈ ਵਿਖਿਆਣ? ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ। ਵਖਾਣੋ ਇੱਕ ਉਪਦੇਸ਼ ਹੈ, ਵਤਾਇਆ ਦਾ ਮਤਲਬ ਹੈ ਵਿਛਾਇਆ, ਜਾਲੂ। ਜਾਲੂ ਕਿਉਂਕਿ ਇਹਦੇ ਥੱਲੇ ਔਂਕੜ ਵੀ ਹੈ ਔਰ ਉੱਪਰ ਵੀ ਹੈ, ਜਿਹਨੂੰ ਆਪਾਂ ਹੋੜਾ ਕਹਿੰਦੇ ਹਾਂ, ਦੋਨੋਂ ਹੀ। ਲੇਕਿਨ ਕਿਉਂਕਿ ਸਤਿਗੁਰੂ ਇੱਕ ਵਚਨ ਦੱਸ ਕੇ ਉਸ ਅਵਸਥਾ ਨੂੰ ਦੱਸਣਾ ਚਾਹੁੰਦੇ ਨੇ ਜਿੱਥੇ ਮਨੁੱਖ ਨੂੰ ਇਸ ਗੱਲ ਦੀ ਸੋਝੀ ਲੱਗ ਸਕੇ ਕਿ ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਸਾਜੀ ਹੈ ਔਰ ਜਿਸ ਸ੍ਰਿਸ਼ਟੀ ਦੇ ਵਿੱਚ ਉਹ ਖੁਦ ਸਮਾਇਆ ਹੋਇਆ ਹੈ, ਲੀਨ ਕਰਨ ਦੀ ਸ਼ਕਤੀ ਉਸ ਅਕਾਲ ਪੁਰਖ ਕੋਲ ਹੈ। ਉਸ ਨੇ ਆਪਣੇ ਪਾਸ ਇਹ ਸ਼ਕਤੀ ਰੱਖੀ ਹੈ। ਉਸ ਮਾਲਕ ਨੂੰ, ਉਸ ਅਕਾਲ ਪੁਰਖ ਨੂੰ ਇਸ ਕੁਦਰਤ ਦੇ ਵਿੱਚ ਹਮੇਸ਼ਾ ਵਸਦਾ ਦੇਖੋ। ਵਸਦਾ ਦੇਖਣ ਦੀ ਕਿਰਿਆ, ਬਲਿਹਾਰੀ ਕੁਦਰਤ ਵਸਿਆ ਹਰ ਜਗ੍ਹਾ ਉੱਪਰ। ਜਿੱਥੇ ਵੀ ਮਨੁੱਖ ਜਾਵੇ ਉੱਥੇ ਉਸ ਨੂੰ ਅੰਗ ਸੰਗ ਪਰਮਾਤਮਾ ਮਹਿਸੂਸ ਹੀ ਤਾਂ ਹੋਵੇ ਕਿ ਜਿਹੜੀ ਜਗ੍ਹਾ ਉੱਪਰ ਉਹ ਗਿਆ ਹੈ ਉਸ ਹਰ ਜਗ੍ਹਾ ਉੱਪਰ ਵਰਤੇ ਭਾਣੇ, ਹਰ ਜਗ੍ਹਾ ਉੱਪਰ ਹੋ ਰਹੇ ਉਹਦੇ ਹੁਕਮ ਜੋ ਵੀ ਹੋ ਰਿਹਾ ਹੈ। ਕਿਤੇ ਭੂਚਾਲ ਹੈ, ਕਿਤੇ ਤੂਫਾਨ ਹੈ, ਕਿਤੇ ਸੰਸਾਰ ਸ਼ਾਂਤ ਹੈ, ਕਿਤੇ ਅਸ਼ਾਂਤੀ ਹੈ। ਮਨੁੱਖ ਨੇ ਹਰ ਚੀਜ਼ ਦੇ ਵਿੱਚ ਉਸ ਦੀ ਪਹਿਚਾਣ ਕਰਨੀ ਹੈ ਕਿਉਂਕਿ ਹਰ ਜਗ੍ਹਾ ਉੱਪਰ ਭਾਣਾ ਉਸ ਦਾ ਵਰਤ ਰਿਹਾ ਹੈ। ਸਦਾ ਸਥਿਰ ਰਹਿਣ ਵਾਲੇ ਉਸ ਅਕਾਲ ਪੁਰਖ ਨੂੰ ਜਿਸ ਨੇ ਕੁਦਰਤ ਰਚੀ ਹੈ ਉਸ ਤੋਂ, ਉਸ ਨੂੰ ਦੂਰ ਭਾਲਣ ਜਾਣ ਦਾ ਯਤਨ ਕਰਨਾ, ਐਸਾ ਯਤਨ ਸਫਲ ਨਹੀਂ ਹੋ ਸਕਦਾ ਕਿਉਂਕਿ ਹਰ ਇੱਕ ਸਰੀਰ ਵਿੱਚ, ਹਰ ਇੱਕ ਘਟ ਦੇ ਵਿੱਚ ਉਸ ਦਾ ਹੁਕਮ ਹੈ। ਜਿਸ ਪਰਮਾਤਮਾ ਨੇ, ਜਿਸ ਅਕਾਲ ਪੁਰਖ ਨੇ ਰਚਨ ਰਚਿਆ ਹੈ ਇਸ ਸੰਸਾਰ ਦਾ, ਉਸ ਨੂੰ ਇਸ ਤੋਂ ਦੂਰ ਕਿਤੇ ਵੱਖਰਾ ਨਾ ਸਮਝ ਲੈਣਾ। ਜਦੋਂ ਮਨੁੱਖ ਅਕਾਲ ਪੁਰਖ ਪਰਮਾਤਮਾ ਦਾ ਨਾਮ ਸਿਮਰਨ ਦੀ ਅਵਸਥਾ ਦੇ ਵਿੱਚ ਆਪਣੇ ਆਪ ਨੂੰ ਲੈ ਜਾਂਦਾ ਹੈ, ਉਸੇ ਵਕਤ ਹੀ ਆਤਮਿਕ ਆਨੰਦ ਦਾ ਅਹਿਸਾਸ ਉਸ ਨੂੰ ਹੁੰਦਾ ਹੈ। ਵਿਕਾਰ ਜ਼ੋਰ ਨਹੀਂ ਪਾ ਸਕਦੇ, ਪੂਰੇ ਪ੍ਰਭੂ ਦਾ ਨਾਮ ਉਸ ਨੂੰ ਮਿਲ ਜਾਂਦਾ ਹੈ। ਜਿਵੇਂ ਮਨੁੱਖ ਬਿਮਾਰ ਜਦੋਂ ਹੁੰਦਾ ਹੈ, ਬਿਮਾਰ ਹੁੰਦਾ ਕਿਉਂ ਹੈ? ਕਿਉਂਕਿ ਜਿਹੜੇ ਉਹਦੇ ਅੰਦਰ ਸਰੀਰਕ ਤੱਤ ਨੇ ਉਹਨਾਂ ਬਿਮਾਰੀਆਂ ਦਾ ਟਾਕਰਾ ਕਰਨ ਦੇ ਮੁਕਾਬਲੇ ਉੱਪਰ ਕਮਜ਼ੋਰ ਹੋ ਜਾਂਦੇ ਨੇ। ਅਨਿਅਥਾ ਠੰਡ ਹਰ ਜਗ੍ਹਾ ਉੱਪਰ ਪੈ ਰਹੀ ਹੁੰਦੀ ਹੈ। ਇੱਕ ਜਗ੍ਹਾ ਉੱਪਰ, ਇੱਕ ਪੂਰੇ ਨਗਰ ਵਿੱਚ ਠੰਡ ਪੈ ਰਹੀ ਹੁੰਦੀ ਹੈ, ਪਰ ਖਿਮਾ ਕਰਨੀ ਸਾਰੇ ਨਗਰ ਵਾਸੀਆਂ ਨੂੰ ਤਾਂ ਜ਼ੁਕਾਮ ਨਹੀਂ ਹੋ ਜਾਂਦਾ ਨਾ। ਹਰ ਨਗਰ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਫੈਲਦੀ ਹੈ ਤਾਂ ਸਾਰਿਆਂ ਨੂੰ ਤਾਂ ਨਹੀਂ ਹੋ ਜਾਂਦੀ ਨਾ, ਕੁਛ ਕੁ ਨੂੰ ਹੀ ਹੁੰਦੀ ਹੈ। ਅਤੇ ਜਿਨ੍ਹਾਂ ਨੂੰ ਨਹੀਂ ਹੁੰਦੀ ਉਹਨਾਂ ਦਾ ਕਾਰਨ ਕੀ ਹੈ? ਕਿ ਉਹਨਾਂ ਦੇ ਜਿਹੜੇ ਅੰਦਰਲੇ ਤੱਤ ਨੇ ਉਹ ਮਜ਼ਬੂਤ ਨੇ। ਉਸ ਬਿਮਾਰੀ ਦਾ ਟਾਕਰਾ ਕਰਨ ਦੇ ਲਈ ਉਹ ਮਜ਼ਬੂਤੀ ਦੇ ਨਾਲ ਅੰਦਰ ਬੈਠੇ ਹੋਏ ਸਨ। ਜਿਨ੍ਹਾਂ ਦੇ ਅੰਦਰਲੇ ਤੱਤ ਕਮਜ਼ੋਰ ਹੋ ਗਏ, ਬਿਮਾਰੀ ਦਾ ਟਾਕਰਾ ਨਹੀਂ ਕਰ ਸਕੇ, ਫਿਰ ਹੁੰਦਾ ਕੀ ਹੈ? ਉਹਨਾਂ ਨੂੰ ਫਿਰ ਦਵਾਈ ਦਿੱਤੀ ਜਾਂਦੀ ਹੈ ਤਾਂ ਕਿ ਉਹ ਤੱਤ ਮਜ਼ਬੂਤ ਹੋਣ। ਜਿਹੜੀ ਦਵਾਈ ਦੇ ਨਾਲ ਤੱਤ ਵੀ ਮਜ਼ਬੂਤ ਹੋਣ ਔਰ ਉਹ ਦਵਾਈ ਉਹਨਾਂ ਬਿਮਾਰ ਕਰ ਦੇਣ ਵਾਲੇ ਤੱਤਾਂ ਦਾ ਟਾਕਰਾ ਵੀ ਕਰਨ। ਮਨੁੱਖ ਫਿਰ ਅਰੋਗ ਹੋ ਜਾਂਦਾ, ਨਿਰੋਗ ਹੋ ਜਾਂਦਾ ਹੈ। ਤੋ ਸਤਿਗੁਰੂ ਉਹੀ ਗੱਲ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਜਿਸ ਅਕਾਲ ਪੁਰਖ ਪਰਮਾਤਮਾ ਨੇ ਰਚਨਾ ਰਚੀ ਹੈ ਉਹੀ ਇਸ ਦੀ ਰੱਖਿਆ ਦੀ ਵਿਧੀ ਵੀ ਜਾਣਦਾ ਹੈ, ਉਹੀ ਹੈ। ਇਸ ਕਰਕੇ
ਜਿਸ ਮਨੁੱਖ ਦੇ ਮਨ ਦੇ ਅੰਦਰ ਵਿਕਾਰਾਂ ਦਾ ਟਾਕਰਾ ਕਰਨ ਦੀ ਸ਼ਕਤੀ ਨਹੀਂ ਹੈ, ਉਹ ਸ਼ਕਤੀਹੀਣ ਹੈ। ਇਹਦਾ ਮਤਲਬ ਹੈ ਕਿ ਉਸ ਨੇ ਅਜੇ ਤੱਕ ਪੂਰੀ ਤਰ੍ਹਾਂ ਦੇ ਨਾਲ ਪਰਮਾਤਮਾ ਅਕਾਲ ਪੁਰਖ ਦਾ ਨਾਮ ਸਿਮਰਨ ਦੀ ਵਿਧ ਨਹੀਂ ਸਿੱਖੀ। ਆਤਮਕ ਆਨੰਦ ਉਹ ਨਹੀਂ ਮਾਣ ਸਕੇਗਾ। ਵਿਕਾਰਾਂ ਦਾ ਜ਼ੋਰ ਉਸ ਉੱਪਰ ਰਹੇਗਾ, ਸੰਸਾਰਿਕ ਹੋ ਜਾਵੇਗਾ, ਦੁਨਿਆਵੀ ਹੋ ਜਾਏਗਾ, ਹਉਮੈ ਦੇ ਵਿੱਚ ਆ ਜਾਏਗਾ, ਵਿਕਾਰੀ ਹੋ ਜਾਵੇਗਾ, ਭ੍ਰਿਸ਼ਟਾਚਾਰੀ ਹੋ ਜਾਵੇਗਾ, ਨਸ਼ਈ ਹੋ ਜਾਵੇਗਾ ਔਰ ਆਤਮਕ ਤੌਰ ਤੇ ਬਿਮਾਰ ਹੋ ਜਾਏਗਾ। ਕਿਉਂਕਿ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਹੀ ਲੁਕਾਈ ਵਿਕਾਰਾਂ ਦੇ ਟਾਕਰੇ ਦੇ ਉੱਤੇ ਜਿੱਤਣ ਤੋਂ ਅਸਮਰਥ ਹੈ। ਸਤਿਗੁਰ ਕਹਿੰਦੇ ਨੇ ਕਿ ਜਿਸ ਅਕਾਲ ਪੁਰਖ ਨੇ ਰਚਨ ਰਚਿਆ ਹੈ, ਉਹੀ ਇਸ ਦੀ ਰੱਖਿਆ ਵਿਧੀ ਜਾਣਦਾ ਹੈ। ਕੋਈ ਪ੍ਰਾਣੀ, ਕੋਈ ਜੀਵ, ਕੋਈ ਜੀਵਾਤਮਾ ਉਸ ਦੇ ਉਲਟ ਕੋਈ ਹੋਰ ਉਪਦੇਸ਼ ਨਹੀਂ ਕਰ ਸਕਦਾ, ਕਿਉਂਕਿ ਜਿਸ ਨੇ ਸ੍ਰਿਸ਼ਟ ਪੈਦਾ ਕੀਤੀ ਹੈ ਉਸ ਨੇ ਹੀ ਇਹ ਜਾਲ ਵਿਛਾਇਆ ਹੋਇਆ ਹੈ। ਉਹੀ ਹੈ ਇਸ ਜਾਲ ਨੂੰ ਵਿਛਾਉਣ ਵਾਲਾ। ਤੋ ਜਾਲ ਜਿਨ ਜਗ ਥਾਪ ਵਤਾਇਆ, ਜਾਲੋ ਸੋ ਸਾਹਿਬ ਪਰਵਾਣੂ। ਬਾਬਾ ਆਇਆ ਹੈ, ਉੱਠ ਚੱਲਣਾ, ਅੱਧ ਪੰਧੇ ਹੈ ਸੰਸਾਰੋ ਵਾ। ਅੱਧ ਪੰਧੇ, ਅੱਧ ਵਾਟੇ, ਜਨਮ ਔਰ ਮਰਨ ਦੇ ਵਿਚਕਾਰ ਦਾ ਰਸਤਾ। ਸਿਰ ਸਿਰ ਸਚੜੇ ਲਿਖਿਆ, ਦੁੱਖ ਸੁਖ ਪੁਰਬ ਵਿਚਾਰੂ ਵਾ। ਦੁੱਖ ਸੁਖ ਦੀਆ ਜਿਹਾ ਕੀਆ, ਸੋ ਨਿਭੈ ਨਾ ਜੀਅ ਨਾਲੇ। ਜਿਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਪਾਲੇ। ਆਪ ਨਿਰਾਲਮ ਧੰਦੇ ਬਾਦੀ, ਕਰ ਹੁਕਮ ਪਛਾਵਣ ਹਾਰੋ। ਅੱਜ ਕੱਲ ਕਰਦੀਆਂ ਕਾਲ ਵਿਆਪੀ, ਦੂਜੇ ਪਾਏ ਵਿਕਾਰੋ। ਗੱਲ ਬਿਲਕੁਲ ਸਪਸ਼ਟ ਹੈ। ਅਕਾਲ ਪੁਰਖ ਮਨੁੱਖਾਂ ਪਾਸੋਂ ਕਰਮ ਕਰਵਾ ਰਿਹਾ ਹੈ, ਲੇਕਿਨ ਕੋਈ ਮਨੁੱਖ ਚੰਗੇ ਕਰਮ ਕਰ ਰਿਹਾ, ਕੋਈ ਮਾੜੇ। ਇਸ ਦਾ ਕਾਰਨ ਕੀ ਹੈ? ਇਹੋ ਹੀ ਮਾਇਆ ਦਾ ਜਾਲ ਹੈ, ਜਿਸ ਨੂੰ ਸਮਝਣਾ ਹੈ। ਜਿਸ ਨੇ ਆਪਣਾ ਆਪਾ ਉਸ ਅਕਾਲ ਪੁਰਖ ਦੇ ਹਵਾਲੇ ਕਰ ਦਿੱਤਾ ਹੈ, ਉਹ ਮਨੁੱਖ ਫਿਰ ਚੰਗੇ ਕਰਮਾਂ ਦਾ ਧਾਰਨੀ ਹੋ ਜਾਂਦਾ ਹੈ। ਜਿਸ ਨੇ ਆਪਣਾ ਆਪਾ ਉਸ ਅਕਾਲ ਪੁਰਖ ਦੇ ਹਵਾਲੇ ਨਹੀਂ ਕੀਤਾ, ਆਪਣੇ ਮਨ ਦੀ ਹਉਮੈ ਵਿੱਚ ਹੈ, ਆਪਣ ਭਾਣੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਵੇ, ਉਹ ਫਿਰ ਆਪਣੇ ਭਾਣੇ ਵਿੱਚ ਚੱਲ ਰਿਹਾ ਹੈ। ਫਿਰ ਚੱਲੀ ਜਾਵੇ, ਕਿਉਂਕਿ ਸੰਸਾਰ ਦੇ ਵਿੱਚ ਨੇਕੀ ਔਰ ਬਦੀ ਦੇ ਇਹਨਾਂ ਦੋ ਕਿਨਾਰਿਆਂ ਦੇ ਵਿੱਚ ਸੰਸਾਰ ਚੱਲੇਗਾ। ਸੁੱਖ ਔਰ ਦੁੱਖ ਨੇਕੀ ਔਰ ਬਦੀ ਦੇ ਵਿੱਚੋਂ ਹੀ ਪੈਦਾ ਹੁੰਦੇ ਨੇ। ਜੇ ਨੇਕੀ ਕਰਨ ਵਾਲੇ ਪ੍ਰਾਣੀ ਸੰਸਾਰ ਵਿੱਚ ਹੈ ਨੇ, ਤਾਂ ਬਦੀ ਕਰਨ ਵਾਲੇ ਵੀ ਹੈ ਨੇ। ਇਸੇ ਕਰਕੇ ਨੇਕੀ ਔਰ ਬਦੀ ਦੇ ਇਸ ਸੰਚਾਲਨ ਦੇ ਵਿੱਚ ਮਨੁੱਖ ਦੁੱਖ ਸੁੱਖ ਭੋਗਦਾ ਹੈ, ਔਰ ਇਹੀ ਨੇਕੀ ਬਦੀ ਮਨੁੱਖ ਦੇ ਆਪਣੇ ਮਨ ਅੰਦਰ ਵੀ ਵਿਕਾਰਾਂ ਦੀ ਲੜਾਈ ਦਾ ਕਾਰਨ ਬਣਦੀ ਹੈ। ਨੇਕੀ ਉਸ ਦੀ ਅੰਤਰ ਆਤਮਾ ਔਰ ਬਦੀ ਉਸ ਦੇ ਅੰਤਰ ਆਤਮਾ ਦੇ ਵਿੱਚ ਵਸੇ ਹੋਏ ਵਿਕਾਰ, ਜਿਹੜੇ ਆਪਸ ਦੇ ਵਿੱਚ ਲੜਦੇ ਨੇ। ਇਹ ਬੜੀ ਡੀਪ ਗੱਲ ਹੈ, ਸਮਝਣ ਵਾਲੀ। ਵਿਕਾਰ ਜਿੱਤ ਗਏ ਤਾਂ ਮਨੁੱਖ ਵਿਕਾਰੀ ਹੋ ਗਿਆ। ਪ੍ਰਭੂ ਦਾ ਹੁਕਮ ਪਹਿਚਾਣ ਕੇ ਉਸਨੇ ਇਹ ਪਹਿਚਾਣ ਲਿਆ ਕਿ ਪਰਮਾਤਮਾ ਚੰਗੇ ਕਰਮਾਂ ਕਰਕੇ ਹੀ ਮਿਲੇਗਾ, ਤਾਂ ਫਿਰ ਉਹ ਆਪਣੇ ਵਿਕਾਰਾਂ ਨੂੰ ਵੀ ਮਾਰ ਲਵੇਗਾ ਔਰ ਸੰਸਾਰ ਦੇ ਵਿੱਚ ਉਸਦੇ ਕਰਮ ਆਪਣੇ ਆਪ ਚੰਗੇ ਹੋ ਜਾਣਗੇ। ਐਸੇ ਮਨੁੱਖ ਫਿਰ ਸਹੀ ਮਾਇਨੇ ਵਿੱਚ ਸੰਤ ਹੋ ਜਾਣਗੇ, ਰੱਬ ਦੇ ਪਿਆਰੇ ਹੋ ਜਾਣਗੇ। ਉਹਨਾਂ ਨੂੰ ਫਿਰ ਕੋਈ ਭੇਖ ਕਰਨ ਦੀ ਲੋੜ ਨਹੀਂ, ਕਿਉਂਕਿ ਉਹੋ ਜਿਹੇ ਕਰਮ ਜੀਵ ਕਰਦੇ ਨੇ ਜਿਹੋ ਜਿਹਾ ਪ੍ਰਭੂ ਦੀ ਰਜ਼ਾ, ਕੋਈ ਵੀ ਜੀਵ ਉਸ ਅਕਾਲ ਪੁਰਖ ਦੀ ਰਜ਼ਾ ਤੋਂ ਪਰੇ ਹੋ ਕੇ ਕੋਈ ਉਹ ਕਰਮ ਨਹੀਂ ਕਰ ਸਕਦਾ ਜਿਹੜਾ ਪਰਮਾਤਮਾ ਨੂੰ ਮਨਜ਼ੂਰ ਨਹੀਂ। ਪਰਮਾਤਮਾ ਜਿਸ ਨੂੰ ਚਾਹੁੰਦਾ ਹੀ ਨਹੀਂ। ਕੋਈ ਮਨੁੱਖ ਆਪਣੇ ਮਨ ਦੇ ਅੰਦਰ ਵਿਕਾਰ ਪੈਦਾ ਕਰ ਵੀ ਲਵੇ ਕਿਸੇ ਨੂੰ ਕਤਲ ਕਰਨ ਦਾ, ਪਰ ਉਸ ਦਾ ਕਤਲ ਉਸ ਦੇ ਹੱਥੋਂ ਪਰਮਾਤਮਾ ਨੂੰ ਮਨਜ਼ੂਰ ਨਹੀਂ ਹੈ, ਤਾਂ ਵੀ ਉਹ ਕਰ ਨਾ ਸਕੇਗਾ। ਲੇਕਿਨ ਕਿਉਂਕਿ ਉਹ ਅਕਾਲ ਪੁਰਖ ਦੇ ਹੁਕਮ ਅਧੀਨ ਨਹੀਂ ਹੈ, ਆਪਣ ਭਾਣੇ ਵਿੱਚ ਚੱਲ ਰਿਹਾ ਹੈ, ਇਸ ਕਰਕੇ ਉਸ ਦੀ ਫਿਰ ਜ਼ਿੰਦਗੀ ਅੱਗੋਂ ਤੋਂ ਅੱਗੋਂ ਹੋਰ ਗੁਨਾਹਾਂ ਦੇ ਵਿੱਚ ਚਲੀ ਜਾਏਗੀ। ਸਤਿਗੁਰ ਕਹਿੰਦੇ ਨੇ ਉਹ ਪਰਮਾਤਮਾ ਆਪ ਅਕਾਲ ਪੁਰਖ ਤਾਂ ਕਰਮਾਂ ਤੋਂ ਨਿਰਲੇਪ ਹੈ, ਕਿਉਂਕਿ ਵਿੱਚ ਸਮਾਇਆ ਹੋਇਆ ਹੈ, ਔਰ ਸਮਾਇਆ ਹੋਇਆ ਪਰਮਾਤਮਾ ਹੈ ਅਲੱਗ। ਬਸ ਇਹੋ ਹੀ ਰਮਜ਼ ਹੈ, ਜਿਸ ਨੂੰ ਸਤਿਗੁਰ ਨੇ ਦੋ ਸਰੂਪਾਂ ਦੇ ਵਿੱਚ ਦੇਖਿਆ। ਨਿਰਗੁਣ ਆਪ, ਸਰਗੁਣ ਵੀ ਉਹੀ।
ਹੁਣ ਮਾਇਆ ਦੇ ਇਹਨਾਂ ਬੰਧਨਾਂ ਤੋਂ ਵੀ ਪਰਮਾਤਮਾ ਆਪ ਹੀ ਹੁਕਮ ਕਰਕੇ ਛੁਡਾਏ, ਕਿਉਂਕਿ ਉਹ ਆਪ ਹੀ ਛੁਡਾਉਣ ਦੇ ਸਮਰੱਥ ਹੈ। ਇਸ ਕਰਕੇ ਮਨੁੱਖ ਜੇ ਪਹਿਚਾਣ ਸਕਦਾ ਹੈ ਤਾਂ ਉਸ ਇੱਕ ਅਕਾਲ ਪੁਰਖ ਦੀ ਇਸ ਪੱਖੋਂ ਪਹਿਚਾਣ ਕਰ ਲਵੇ ਕਿ ਉਹ ਆਪਣਾ ਆਪਾ ਉਸ ਅਕਾਲ ਪੁਰਖ ਦੇ ਹਵਾਲੇ ਕਰ ਦੇਵੇ, ਕਿਉਂਕਿ ਉਹ ਆਪ ਨਿਰਾਲਮ ਤੰਦੇ ਬਾਦੀ ਕਰ ਹੁਕਮ ਛਡਾਵਣ ਹਾਰੋ, ਅੱਜ ਕੱਲ੍ਹ ਕਰਦੀਆਂ ਕਾਲ ਵਿਆਪੇ ਦੂਜੇ ਪਾਏ ਵਿਕਾਰੋ। ਅਕਾਲ ਪੁਰਖ ਜੀਵ ਮਾਇਆ ਦੇ ਪ੍ਰਭਾਵ ਦੇ ਵਿੱਚ ਨਾਮ ਸਿਮਰਨ ਵੱਲੋਂ ਆਲਸ ਕਰਦਾ ਰਹਿੰਦਾ ਹੈ, ਅੱਜ ਔਰ ਕੱਲ੍ਹ ਕਰਦਾ ਰਹਿੰਦਾ ਹੈ। ਅੱਜ ਕੱਲ੍ਹ ਕਰਦਿਆਂ ਜ਼ਿੰਦਗੀ ਬੀਤ ਜਾਂਦੀ, ਪਤਾ ਹੀ ਨਹੀਂ ਲੱਗਦਾ। ਟਾਲ ਮਟੋਲੀਆਂ ਕਰਦਿਆਂ 40 ਸਾਲ ਦੇ ਹੋਵਾਂਗੇ ਤਾਂ ਛਕਾਂਗੇ, 50 ਸਾਲ ਦੇ ਹੋਵਾਂਗੇ ਤਾਂ ਛਕਾਂਗੇ, ਚਲੋ ਅੱਜ ਸੌਂ ਲਓ ਕੱਲ੍ਹ ਉੱਠ ਲਵਾਂਗੇ। ਐਸਾ ਮਨੁੱਖ ਫਿਰ ਫਸਦਾ ਜਾਂਦਾ ਹੈ, ਔਰ ਫਸਦਿਆਂ ਫਸਦਿਆਂ ਫਿਰ ਵਿਅਰਥ ਕੰਮਾਂ ਦੇ ਵਿੱਚ ਹੀ ਆਪਣੇ ਆਪ ਨੂੰ ਪਾ ਲੈਂਦਾ। ਦੂਜੇ ਦੇ ਨਾਲ ਪ੍ਰੀਤ ਵੱਧਦੀ ਹੈ, ਵਿਕਾਰਾਂ ਦੇ ਵਿੱਚ ਜ਼ਿੰਦਗੀ ਗੁਜ਼ਰ ਜਾਂਦੀ, ਪਤਾ ਹੀ ਨਹੀਂ ਲੱਗਦਾ ਕਦੋਂ ਜ਼ਿੰਦਗੀ ਬੀਤ ਗਈ। ਜਮ ਮਾਰਗ ਪੰਥ ਨ ਸੂਝਈ, ਉਜੜ ਅੰਧ ਗੁਬਾਰੋ ਵਾ, ਨਾ ਜਲ ਲੇਫ ਤੁਲਾਈਆ, ਨਾ ਭੋਜਨ ਪ੍ਰਕਾਰੋ ਵਾ, ਭੋਜਨ ਪਾਓ ਨ ਠੰਡਾ ਪਾਣੀ, ਨਾ ਕਾਪੜ ਸਿਘਾਰੋ, ਗਲ ਸੰਗਲ ਸਿਰ ਮਾਰੇ, ਊਭੋ ਨਾ ਦੀਸੇ ਕਰਬਾਰੋ। ਇਬਕੇ ਰਾਹੇ ਜੰਮਨ ਨਾਹੀ ਪਛਤਾਣੇ ਸਿਰ ਭਾਰੂ, ਬਿਨ ਸਾਚੇ ਕੇ ਬੇਲੀ ਨਾਹੀ ਸਾਚਾ ਇਹੋ ਵਿਚਾਰੋ। ਮਾਇਆ ਦੀ ਦੌੜ ਭੱਜ ਦੇ ਵਿੱਚ ਸਾਰੀ ਉਮਰ ਲੱਗ ਜਾਂਦੀ ਹੈ। ਮਾਰਗ ਰਸਤਾ ਹੈ ਉਜੜ ਉਜਾੜ ਦਾ ਰਸਤਾ, ਅੰਧ ਗੁਬਾਰੂ ਜਹ ਪੈਂਡੇ ਮਹਾ ਅੰਧ ਗੁਬਾਰਾ। ਔਰ ਇਸ ਦੌੜ ਭੱਜ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਜ਼ਿੰਦਗੀ ਬੀਤ ਗਈ। ਮਨੁੱਖ ਆਪ ਵੀ ਕਹਿੰਦਾ ਕਿ ਪਤਾ ਹੀ ਨਹੀਂ ਲੱਗਾ। ਜੀਵ ਜਮ ਵਾਲਾ ਰਸਤਾ ਫਿਰ ਪਕੜ ਲੈਂਦਾ ਹੈ, ਕਿਉਂਕਿ ਆਖਰ ਇੱਕ ਰਸਤਾ ਐਸਾ ਹੈ ਜਿਸ ਰਸਤੇ ਉੱਪਰ ਹਰ ਕਿਸੇ ਨੇ ਜਾਣਾ ਹੀ ਜਾਣਾ। ਸਤਿਗੁਰ ਉਸ ਰਸਤੇ ਨੂੰ ਉਜਾੜ ਦੱਸਦੇ ਨੇ, ਕੁੱਪ ਹਨੇਰੇ ਵਾਲਾ ਦੱਸਦੇ ਨੇ, ਜਿੱਥੇ ਜੀਵ ਨੂੰ ਕੁਝ ਵੀ ਸੁਝਦਾ ਨਹੀਂ ਹੈ। ਸਾਰੀ ਉਮਰ ਦੁਨੀਆ ਦੇ ਪਦਾਰਥ ਇਕੱਠੇ ਕਰਦਾ ਰਿਹਾ, ਬੜੀਆਂ ਰਜਾਈਆਂ ਬਣਾ ਲਈਆਂ, ਬੜੀਆਂ ਤਲਾਈਆਂ ਬਣਾ ਲਈਆਂ, ਬੜੇ ਘਰ ਬਣਾ ਲਏ, ਲੇਕਿਨ ਨਾ ਉਹ ਰਜਾਈ ਕੰਮ ਆਈ, ਨਾ ਉਹ ਲੇਫ ਕੰਮ ਆਇਆ, ਨਾ ਉਹ ਪਾਣੀ ਕੰਮ ਆਇਆ, ਨਾ ਤੁਲਾਈ ਕੰਮ ਆਈ। ਬੜੀਆਂ ਬੋਰੀਆਂ ਭਰ ਲਈਆਂ ਕਣਕ ਦੀਆਂ, ਗੋਦਾਮ ਦੇ ਵਿੱਚ ਭਰੀਆਂ, ਨਾ ਉਹ ਭੋਜਨ ਕਿਤੇ ਕੰਮ ਆਇਆ। ਬੜੇ ਫਰਿੱਜ ਲਾ ਲਏ ਠੰਡੇ ਪਾਣੀ, ਨਾ ਉਹ ਠੰਡਾ ਪਾਣੀ ਕਿਤੇ ਕੰਮ ਆਇਆ। ਬੜੇ ਸੋਹਣੇ ਖੂਬਸੂਰਤ ਕੱਪੜੇ ਪਾਏ, ਪਰ ਉਹ ਕੱਪੜੇ ਕਿਤੇ ਕੰਮ ਨਾ ਆਏ। ਤਾਂ ਸਤਿਗੁਰ ਫਿਰ ਮੈਂ ਕੱਪੜੇ ਨਾ ਪਾਵਾਂ, ਠੰਡਾ ਪਾਣੀ ਨਾ ਪੀਵਾਂ, ਭੋਜਨ। ਪਾਤਸ਼ਾਹ ਕਹਿੰਦੇ ਨੇ ਮੈਂ ਇਸ ਗੱਲ ਤੋਂ ਇਨਕਾਰ ਤਾਂ ਨਹੀਂ ਕੀਤਾ। ਸਤਿਗੁਰ ਕਹਿੰਦੇ ਨੇ ਕਿ ਜਿਹੜੇ ਉਹ ਜਮ੍ਹਾਂ ਕੀਤੇ ਸਨ ਨਾ, ਜਿਨ੍ਹਾਂ ਨੂੰ ਦੇ ਸਕਦਾ ਸੀ, ਕਿਸੇ ਦੀ ਸੇਵਾ ਕਰ ਸਕਦਾ ਸੀ, ਉਹ ਕਿੱਥੇ ਗਏ। ਇਸ ਕਰਕੇ ਸਭ ਕੁਝ ਕਰਦੇ ਹੋਏ ਵੀ ਇਹਨਾਂ ਦਾ ਮੋਹ ਨਾ ਹੋਵੇ, ਉਹੀ ਇਸ ਗੱਲ ਨੂੰ ਸਮਝ ਸਕਦਾ ਕਿ ਆਖਰ ਮਨੁੱਖ ਨੇ ਜਿੱਥੇ ਜਾਣਾ, ਨੰਗਾ ਦੋਜਕ ਚਾਲਿਆ ਉੱਥੇ, ਕਿਉਂਕਿ ਆਤਮਾ ਨਗਨ ਹੈ। ਨਾ ਬਸਤਰ ਹੈ ਨਾ ਸਰੀਰ ਦੇ ਉੱਤੇ, ਕਿਉਂਕਿ ਸਰੀਰ ਔਰ ਆਤਮਾ 'ਚ ਇਹੋ ਹੀ ਫਰਕ ਹੈ। ਔਰ ਜਿਹੜਾ ਮਨੁੱਖ ਦਾ ਨਾਮ ਹੈ ਨਾ, ਜਾਂ ਜਿਹੜੀ ਮਨੁੱਖ ਦੀ ਜਾਤ ਹੈ, ਜਿਸ ਦੇ ਉੱਪਰ ਛਾਤੀਆਂ ਠੋਕ ਠੋਕ ਕੇ ਕਹਿੰਦਾ ਮੈਂ ਫਲਾਣੇ ਦਾ ਪੁੱਤ, ਸਾਡੀ ਆਹ ਜਾਤ ਹੈ, ਸਤਿਗੁਰ ਕਹਿੰਦੇ ਨੇ ਉਹ ਵੀ ਸਰੀਰ ਦੇ ਨਾਲ ਹੀ ਹੈ, ਆਤਮਾ ਦੇ ਨਾਲ ਉਹ ਵੀ ਨਹੀਂ ਹੈ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਉ ਨਵੇਂ। ਨਗਨ ਹੈ ਜਿਹੜੀ ਚੀਜ਼, ਉਸ ਦਾ ਕੋਈ ਨਾਮ ਨਹੀਂ, ਉਸ ਦੀ ਕੋਈ ਜਾਤ ਨਹੀਂ, ਉਸ ਦੇ ਨਾਲ ਕੋਈ ਕੱਪੜੇ, ਕੋਈ ਕੁਛ ਵੀ ਨਹੀਂ, ਕੇਵਲ ਨਗਨ, ਸਿਰਫ ਵਿਕਾਰ ਜਾਂ ਕਰਮ। ਸਤਿਗੁਰ ਫਿਰ ਫੈਸਲਾ ਦਿੰਦੇ ਨੇ, ਬਾਬਾ ਰੋਵੋ ਰੋਵੇ ਸੋ ਜਾਣੀ ਹੈ, ਮਿਲ ਰੋਵੈ ਗੁਣ ਸਾਰੀ ਵਾ, ਰੋਵੇ ਮਾਇਆ ਮੁਠੜੀ ਤੰਦੜਾ, ਰੋਵਣ ਹਾਰੇ ਵਾ, ਤੰਦਾ ਰੋਵੇ ਮੈਲ ਨ ਧੋਵੇ, ਸੁਪਰੰਤਰ ਸੰਸਾਰੂ, ਜੋ ਬਾਜੀਗਰ ਪਰ ਮੈਂ ਭੂਲੇ ਝੂਠੇ, ਮੁੱਠੀ ਅਹੰਕਾਰੂ, ਆਪੇ ਮਾਰਗ ਪਰਵਣ ਪਾਵਨ ਹਾਰਾ, ਆਪੇ ਕਰਮ ਕਮਾਏ, ਨਾਮ ਰਤੇ ਗੁਰ ਪੂਰੇ ਰਾਖੇ, ਨਾਨਕ ਸਹਿਜ ਸੁਭਾਏ। ਸਤਿਗੁਰੂ ਆਖਰ ਦੇ ਵਿੱਚ ਫੈਸਲਾ ਦਿੰਦੇ ਨੇ, ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਨੇ ਉਹ ਵਿਰਾਗਵਾਨ ਹੁੰਦੇ ਨੇ। ਜੀਵ ਇਸਤਰੀ ਨੂੰ ਮਾਇਆ ਦੇ ਮੋਹ ਤੋਂ ਲੁੱਟ ਲੈਂਦਾ ਹੈ ਇਹ ਸੰਸਾਰ, ਔਰ ਦੁਖੀ ਹੁੰਦੀ ਉਹ ਜੀਵ ਆਤਮਾ। ਜਿਹੜਾ ਜੀਵ ਮਾਇਆ ਦਾ ਆਹਰ ਕਰਦਾ ਹੀ ਦੁਖੀ ਰਹਿੰਦਾ ਹੈ, ਕਦੇ ਆਪਣੇ ਮਨ ਦੀ ਮਾਇਆ ਦੀ ਮੈਲ ਨਹੀਂ ਧੋਂਦਾ। ਉਸ ਵਾਸਤੇ ਸੰਸਾਰ ਇੱਕ ਸੁਪਨਾ ਹੈ, ਔਰ ਜਿਹੜਾ ਟੁੱਟਣਾ ਹੈ। ਸਤਿਗੁਰ ਕਹਿੰਦੇ ਨੇ ਅਕਾਲ ਪੁਰਖ ਆਪ ਹੀ ਸਹੀ ਰਸਤੇ ਉੱਪਰ ਜੀਵਾਂ ਨੂੰ ਪਾਉਂਦਾ। ਇਸ ਕਰਕੇ ਆਪਣਾ ਆਪਾ ਉਸ ਅਕਾਲ ਪੁਰਖ ਦੇ ਹਵਾਲੇ ਕਰ ਦਿਓ, ਤਾਂ ਕਿ
ਜੀਵਾਂ ਦੇ ਵਿੱਚ ਵਿਆਪਕ ਹੋ ਕੇ ਉਹ ਪਰਮਾਤਮਾ ਆਪੇ ਹੀ ਕਰਮ ਕਮਾਵੇਗਾ। ਜਿਹੜੇ ਬੰਦੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਨੇ, ਉਹਨਾਂ ਨੂੰ ਪੂਰੇ ਗੁਰੂ ਨੇ ਮਾਇਆ ਦੇ ਮੋਹ ਤੋਂ ਬਚਾ ਲਿਆ ਹੁੰਦਾ ਹੈ। ਉਹ ਆਤਮਕ ਅਡੋਲਤਾ ਦੇ ਵਿੱਚ ਟਿਕੇ ਰਹਿੰਦੇ ਨੇ, ਉਹ ਪ੍ਰਭੂ ਦੇ ਪ੍ਰੇਮ ਦੇ ਵਿੱਚ ਜੁੜੇ ਰਹਿੰਦੇ ਨੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰਾਨਾ ਆਪ ਸਭਨਾਂ ਦਾ। ਤੋਂ ਫਰੋਲਦੇ ਹਾਂ ਜੀ ਅੱਜ ਦੇ ਇਤਿਹਾਸਿਕ ਦਿਹਾੜੇ। ਅੱਜ ਦੇ ਇਤਿਹਾਸਿਕ ਦਿਹਾੜਿਆਂ ਦੇ ਵਿੱਚ ਅੱਜ ਦੇ ਦਿਨ ਭਾਵ 19 ਸਤੰਬਰ, ਅੱਜ 19 ਸਤੰਬਰ 2011 ਹੈ ਜੀ। 19 ਸਤੰਬਰ 1922 ਵਾਲੇ ਦਿਨ ਜਦੋਂ ਜੈਤੋ ਦਾ ਮੋਰਚਾ ਲੱਗਾ ਹੋਇਆ ਸੀ ਗੁਰੂ ਕੇ ਬਾਗ ਦਾ, ਤਾਂ ਉਸ ਦੇ ਵਿੱਚ ਕਈ ਗੁਰਸਿੱਖਾਂ ਨੂੰ ਪੁਲਿਸ ਵਾਲਿਆਂ ਨੇ ਆਪਣੀਆਂ ਡਾਂਗਾਂ ਮਾਰ ਕੇ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਸੀ। ਤਾਂ ਗੁਰੂ ਕੇ ਬਾਗ ਦੇ ਉਹਨਾਂ ਇਨੋਸੈਂਟ ਜਿਹੜੇ ਗੁਰ ਕੇ ਸਿੱਖ ਸਨ, ਜਿਹੜੇ ਜ਼ਖਮੀ ਹਾਲਾਤਾਂ ਦੇ ਵਿੱਚ ਕੁਝ ਕੈਂਪਾਂ ਦੇ ਵਿੱਚ ਪਏ ਸਨ, ਕੁਝ ਇੱਧਰ ਉੱਧਰ ਹਸਪਤਾਲਾਂ ਦੇ ਵਿੱਚ ਸਨ, ਉਹਨਾਂ ਨੂੰ ਦੇਖਣ ਦੇ ਲਈ ਉਸ ਵਕਤ ਦੇ ਜਿਹੜੇ ਹਿੰਦੂ ਨੇਤਾ ਸਨ ਸ੍ਰੀ ਮਦਨ ਮੋਹਨ ਮਾਲਵੀਆ, ਉਹ ਅੱਜ ਦੇ ਦਿਨ ਪੰਜਾਬ ਆਏ ਸਨ ਔਰ ਉਹਨਾਂ ਨੇ ਉਹਨਾਂ ਸਾਰੀਆਂ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ ਸੀ ਔਰ ਆਖਿਰ 'ਤੇ ਉਹਨਾਂ ਨੂੰ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਲਿਜਾਂਦਾ ਗਿਆ। ਉਸ ਤੋਂ ਬਾਅਦ ਉਹਨਾਂ ਨੇ ਫਿਰ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਗੁਰ ਕੇ ਬਾਗ ਦੇ ਮੋਰਚੇ ਵਿੱਚ ਸ਼ਹਾਦਤਾਂ ਪਾਈਆਂ ਸਨ, ਉਹਨਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ ਔਰ ਅੰਗਰੇਜ਼ ਸਰਕਾਰ ਦੀ ਇਸ ਗੱਲ ਦੇ ਪ੍ਰਤੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਕਿ ਉਹਨਾਂ ਨੇ ਭਾਵ ਗੋਰੀ ਸਰਕਾਰ ਨੇ ਇਸ ਤਰੀਕੇ ਦੇ ਨਾਲ ਇਨੋਸੈਂਟ ਜਿਹੜੇ ਗੁਰ ਕੇ ਸਿੱਖ ਸਨ ਉਹਨਾਂ ਉੱਪਰ ਜੋ ਜ਼ੁਲਮ ਢਾਇਆ ਹੈ, ਇਹ ਜ਼ੁਲਮ ਆਖਿਰ ਦੇ ਵਿੱਚ ਅੰਗਰੇਜ਼ਾਂ ਦੇ ਲਈ ਘਾਤਕ ਸਾਬਤ ਹੋਵੇਗਾ, ਉਹਨਾਂ ਨੂੰ ਦੇਸ਼ ਛੱਡ ਕੇ ਜਾਣਾ ਹੀ ਪਵੇਗਾ। ਤੋ ਅੱਜ ਦੇ ਦਿਨ ਯਾਨੀ ਕਿ 19 ਸਤੰਬਰ 1922 ਵਾਲੇ ਦਿਨ ਮਦਨ ਮੋਹਨ ਮਾਲਵੀਆ ਜਿਹੜੇ ਸਨ ਉਹ ਵਿਜ਼ਿਟ ਕਰਨ ਗਏ ਸਨ ਗੁਰੂ ਕੇ ਬਾਗ ਦੇ ਵਿੱਚ, ਜਿਹੜੀ ਇਸ ਘਟਨਾ ਦੇ ਵਿੱਚ ਗੁਰਸਿੱਖ ਜਿਹੜੇ ਸਨ ਜ਼ਖਮੀ ਹੋਏ ਸਨ ਉਹਨਾਂ ਦਾ ਹਾਲ ਚਾਲ ਪੁੱਛਣ ਦੇ ਵਾਸਤੇ। ਅੱਜ ਦੇ ਦਿਨ ਭਾਵ 19 ਸਤੰਬਰ 1923 ਵਾਲੇ ਦਿਨ ਸਰਹਾਲਾ ਖੁਰਦ ਤੋਂ ਹਰਬੰਸ ਸਿੰਘ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅੰਗਰੇਜ਼ ਸਰਕਾਰ ਵੱਲੋਂ। ਅੱਜ ਦੇ ਦਿਨ ਭਾਵ 19 ਸਤੰਬਰ 1936 ਵਾਲੇ ਦਿਨ ਮੋਹਨਦਾਸ ਕਰਮਚੰਦ ਗਾਂਧੀ, ਜਿਨ੍ਹਾਂ ਨੂੰ ਭਾਰਤ ਵਾਸੀ ਮਹਾਤਮਾ ਗਾਂਧੀ ਦੇ ਨਾਮ ਦੇ ਨਾਲ ਯਾਦ ਕਰਦੇ ਨੇ, ਉਹਨਾਂ ਨੇ ਡਾਕਟਰ ਅੰਬੇਦਕਰ ਹੁਣਾਂ ਦੀ ਇਸ ਪ੍ਰਪੋਜ਼ਲ ਨੂੰ, ਇਸ ਪੇਸ਼ ਨੂੰ ਪਾਰਟੀ ਬਣਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ, ਯਾਨੀ ਕਿ ਡਾਕਟਰ ਭੀਮ ਸੈਨ ਅੰਬੇਦਕਰ ਨੇ ਕਿਹਾ ਸੀ ਕਿ ਉਹ ਸਿੱਖ ਬਣ ਜਾਣਾ ਚਾਹੁੰਦੇ ਨੇ, ਲੇਕਿਨ ਇਸ ਦੇ ਮੁਕਾਬਲੇ ਉੱਪਰ ਗਾਂਧੀ ਨੇ ਉਹਨਾਂ ਨੂੰ ਇੱਕ ਨਾਮ ਦਿੱਤਾ ਸੀ ਹਰੀਜਨ। ਇਸ ਦੇ ਬਾਬਤ ਗਾਂਧੀ ਹੁਣਾਂ ਨੇ ਉਸ ਵਕਤ ਹਰੀਜਨ ਨਾਮ ਦੀ ਇੱਕ ਮੈਗਜ਼ੀਨ ਦੇ ਵਿੱਚ ਇਹ ਵਰਡਿੰਗ ਲਿਖੀ ਸੀ। ਉਹਨਾਂ ਨੇ ਕਿਹਾ ਸੀ ਕਿ ਡਾਕਟਰ BR ਅੰਬੇਦਕਰ ਡੂਸ ਨੋਟ ਰਿਕਾਰਡ ਸਿੱਖ ਐਜ਼ ਹਿੰਦੂਸ, ਹੀ ਡੈਫੀਨੇਟਲੀ ਵਾਂਟਸ ਟੂ ਚੇਂਜ ਆਫ ਫੇਥ। ਡਾਕਟਰ ਅੰਬੇਦਕਰ ਆਪਣਾ ਹਰ ਹਾਲਤ ਦੇ ਵਿੱਚ ਆਪਣਾ ਧਰਮ ਬਦਲਣਾ ਚਾਹੁੰਦੇ ਨੇ। ਇਫ ਸਿੱਖਸ ਵਰ ਹਿੰਦੂਸ ਦੈਟ ਵੋਂਟ ਮੈਟਰ, but since Sikhs consider themselves to be a separate religion and have separate electorate, no one could be a party to the proposal but forth by Dr. Ambedkar and Munje। तो उन्होंने किया सीगा कि असी बिल्कुल पार्टी ये विच नहीं बनांगे और उन्होंने ये किया सीगा कि सिख और हिंदू ये एक ने, अगर सिख अलग होना चाहते हैं, अगर समझते हैं कि उन्होंने धर्म अलग है, तो फिर जाहिर तौर पर उन्होंने वक्रे संविधान की भी लोड़ पवेगी और इत्थों तक कि उन्होंने वक्रे इलैक्टोरेट की भी लोड़ पवेगी। अज के दिन भाव 19 सितंबर 1981 वाले दिन एक सिख हैरीटेज कॉन्फ्रेंस हुई सी टोरंटो विखे। ਅੱਜ ਦੇ ਦਿਨ ਭਾਵ 19 ਸਤੰਬਰ 1992 ਵਾਲੇ ਦਿਨ ਉਸ ਵਕਤ ਦੇ ਜੁਝਾਰੂਵਾਦ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ ਜਿਸ ਵਕਤ ਖੜਕੂਆਂ ਦੀ ਮਾਰੋਮਾਰੀ ਚੱਲ ਰਹੀ ਸੀ, ਉਸ ਵਕਤ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਭਾਈ ਮਨਜੀਤ ਸਿੰਘ ਸਾਹਿਬ ਜੀ ਨੂੰ ਅੱਜ ਦੇ ਦਿਨ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਧਨੌਲਾ ਨੇੜੇ ਗੁਮਟੀ ਪਿੰਡ ਦੇ ਵਿੱਚ ਗੁਰਿੰਦਰ ਸਿੰਘ ਜਿਹੜੇ ਕਿ
ਕੁੰਬੜਵਾਲਾ ਦੇ ਰਹਿਣ ਵਾਲੇ ਸਨ, ਉਹਨਾਂ ਨੂੰ ਵੀ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ ਸੀ। ਇਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਖਾ ਕੇ ਜਾਮੇ ਸ਼ਹਾਦਤ ਪਿਆ ਗਿਆ ਸੀ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਬਹੁਤ ਬਹੁਤ ਸ਼ੁਕਰਾਨਾ।